ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀਆ ਨੇਜਾ। ਤੇ 11 ਨਵੰਬਰ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ 11 ਨਵੰਬਰ ਪੰਜਾਬ ਦੇ ਲਈ ਕਾਫੀ ਖਾਸ ਮੰਨਿਆ ਜਾ ਰਿਹਾ ਹੈ ਖਬਰਾਂ ਦੇ ਤੌਰ ਤੇ, ਸਿਆਸੀ ਬਾਜ਼ਾਰ ਦੇ ਤੌਰ ਤੇ, ਕਿਉਂਕਿ ਇੱਕ ਪਾਸੇ ਤਾਂ ਜਿੱਥੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਔਰ ਉਹ ਵਿਧਾਨ ਸਭਾ ਸੈਸ਼ਨ ਜੋ ਆਪਣੇ ਆਪ ਦੇ ਵਿੱਚ ਕਾਫੀ ਖਾਸ ਰਿਹਾ, ਕਿਉਂਕਿ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਜਿਸ ਤਰੀਕੇ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਜਿਸ ਤਰੀਕੇ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਔਰ ਜੋ ਬਹਿਸ ਅਕਾਲੀਆਂ ਤੇ ਕਾਂਗਰਸੀਆਂ ਦੇ ਵਿਚਕਾਰ ਹੋਈ ਉਹ ਆਪਸ ਦੇ ਵਿੱਚ ਹੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਰਹੀ। ਖੈਰ ਇਹ ਤਾਂ ਇੱਕ ਪਾਸੇ ਰਿਹਾ, ਦੂਜੇ ਪਾਸੇ ਮਤੇ ਵੀ ਪਾਸ ਕੀਤੇ ਗਏ, ਨਵੇਂ ਮਤੇ ਵੀ ਲਿਆਂਦੇ ਗਏ। ਅਗਰ ਦੂਜੀ ਸਾਈਡ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਸ਼ਾਮ ਹੁੰਦੇ ਤੱਕ, ਜਿਸ ਟਾਈਮ ਵਿਧਾਨ ਸਭਾ ਸੈਸ਼ਨ ਦਾ ਕਾਰਜਕਾਲ ਦਾ ਕੰਮ ਪੂਰਾ ਹੋਇਆ, ਵਿਧਾਨ ਸਭਾ ਸੈਸ਼ਨ ਦਾ ਸਮਾਪਤੀ ਹੋਈ, ਉਸ ਵੇਲੇ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਵੱਲੋਂ ਹਿਰਾਸਤ ਦੇ ਵਿੱਚ ਮੋਹਾਲੀ ਦੇ ਵਿੱਚ ਲੈ ਲਿੱਤਾ ਜਾਂਦਾ ਹੈ। ਸੁਖਪਾਲ ਸਿੰਘ ਖਹਿਰਾ ਦੀ 11 ਨਵੰਬਰ ਨੂੰ ਪੇਸ਼ੀ ਹੁੰਦੀ ਹੈ। ਸੁਖਪਾਲ ਸਿੰਘ ਖਹਿਰਾ ਪੇਸ਼ ਹੁੰਦੇ ਨੇ ਈਡੀ ਦੇ ਅੱਗੇ। ਮਨੀ ਲਾਂਡਰਿੰਗ ਦਾ ਕੇਸ ਜੋ ਹੈ ਉਹ ਦੱਸਿਆ ਜਾ ਰਿਹਾ ਹੈ, ਲੇਕਿਨ ਸ਼ਾਮ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਂਦਾ ਹੈ। ਆਪ ਜਾਣਦੇ ਨੇ ਸੁਖਪਾਲ ਸਿੰਘ ਖਹਿਰਾ, ਉੱਥੇ ਹੀ ਉਹਨਾਂ ਦੀ ਪੇਸ਼ੀ ਦੇ ਦੌਰਾਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਂਦਾ ਹੈ। ਹਾਲਾਂਕਿ ਫਿਰ ਉਹਨਾਂ ਦੀ ਅਦਾਲਤ ਦੇ ਵਿੱਚ ਜੋ ਪੇਸ਼ੀ ਹੁੰਦੀ ਹੈ ਉਸ ਪੇਸ਼ੀ ਦੇ ਦੌਰਾਨ ਉਹਨਾਂ ਨੂੰ ਇੱਕ ਦਿਨ ਦੇ ਰਿਮਾਂਡ ਤੇ ਵੀ ਲੈ ਲਿੱਤਾ ਜਾਂਦਾ। ਉਸ ਤੋਂ ਬਾਅਦ 12 ਨਵੰਬਰ ਨੂੰ ਮੁੜ ਤੋਂ ਪੇਸ਼ੀ ਹੁੰਦੀ ਹੈ, ਜਿੱਥੇ 7 ਦਿਨਾਂ ਦਾ ਰਿਮਾਂਡ ਜੋ ਹੈ ਉਹ ਈਡੀ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਹਾਸਲ ਹੋ ਜਾਂਦਾ। ਹਾਲਾਂਕਿ ਈਡੀ ਵੱਲੋਂ 14 ਦਿਨਾਂ ਦਾ ਰਿਮਾਂਡ ਅਦਾਲਤ ਕੋਲੋਂ ਮੰਗਿਆ ਗਿਆ ਸੀ, ਲੇਕਿਨ ਉਹ 14 ਦਿਨਾਂ ਦਾ ਨਹੀਂ ਮਿਲਿਆ, ਉਹਨਾਂ ਨੂੰ 7 ਦਿਨਾਂ ਦਾ ਰਿਮਾਂਡ ਮਿਲਿਆ। ਅਦਾਲਤ ਵੱਲੋਂ ਪੇਸ਼ੀ ਹੁੰਦੀ ਹੈ, 7 ਦਿਨਾਂ ਦਾ ਰਿਮਾਂਡ ਈਡੀ ਨੂੰ ਹਾਸਲ ਹੋ ਜਾਂਦਾ। ਉਸ ਤੋਂ ਬਾਅਦ ਈਡੀ ਦਿੱਲੀ ਲੈ ਕੇ ਸੁਖਪਾਲ ਸਿੰਘ ਖਹਿਰਾ ਨੂੰ ਪਹੁੰਚ ਜਾਂਦੀ ਹੈ। ਚੰਡੀਗੜ੍ਹ ਦੀ ਪੁਲਿਸ ਅਦਾਲਤ ਮੋਹਾਲੀ ਦੀ ਜਿੱਥੇ ਪੇਸ਼ੀ ਹੋ ਰਹੀ ਹੈ, ਲੇਕਿਨ ਈਡੀ ਦਿੱਲੀ ਲੈ ਕੇ ਸੁਖਪਾਲ ਸਿੰਘ ਖਹਿਰਾ ਨੂੰ ਰਵਾਨਾ ਹੋ ਜਾਂਦੀ ਹੈ। ਤੁਹਾਨੂੰ ਦੱਸ ਦਈਏ 2017 ਦੇ ਵਿੱਚ ਜਿਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੈਰ ਪਸਾਰੇ, ਉਸ ਵੇਲੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵੱਡੇ ਚਿਹਰੇ ਵਜੋਂ ਉੱਭਰੇ। ਉਸ ਵੇਲੇ ਜੋ NRIs ਵੱਲੋਂ ਫੰਡ ਇਕੱਠਾ ਕੀਤਾ ਗਿਆ, NRIs ਵੱਲੋਂ ਜੋ ਰੋਲ ਨਿਭਾਇਆ ਗਿਆ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ, ਉਹ ਬਹੁਤ ਹੀ ਵੱਡਾ ਸੀਗਾ। ਔਰ ਆਮ ਆਦਮੀ ਪਾਰਟੀ ਦਾ ਇੱਕ ਅਜਿਹਾ ਗ੍ਰਾਫ ਉਸ ਵੇਲੇ 2017 ਦੀਆਂ ਚੋਣਾਂ ਦੇ ਵਿੱਚ ਬਣ ਕੇ ਸਾਹਮਣੇ ਆਇਆ ਸੀ, ਜਿਸ ਨੇ ਬਹੁਤ ਹੀ ਵੱਡੇ ਪੱਧਰ ਤੇ ਇੱਕ ਅਲੱਗ ਜਿਹਾ ਵਿਕਰਾਲ ਰੂਪ ਧਾਰਨ ਕਰ ਲਿਆ ਸੀ, ਜਿਸ ਦਾ ਕਾਰਨ ਸੀ ਕਿ ਵੱਡੇ ਪੱਧਰ ਤੇ NRIs ਉਹਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਦਿੱਤਾ ਗਿਆ, ਵੱਡਾ ਸਪੋਰਟ ਦਿੱਤਾ ਗਿਆ, ਜਿਸ ਤੋਂ ਉਹਨਾਂ ਨੂੰ ਫੰਡ ਭੇਜਿਆ ਗਿਆ। ਕਿਉਂਕਿ ਨਵੀਂ ਪਾਰਟੀ ਸੀ, ਪੈਰ ਪਸਾਰਨੇ ਸੀ ਪੰਜਾਬ ਦੇ ਵਿੱਚ, NRIs ਵੱਲੋਂ ਸਮਰਥਨ ਦਿੱਤਾ ਗਿਆ, ਸਪੋਰਟ ਕੀਤੀ ਗਈ ਤੇ ਵੱਡੇ ਲੈਵਲ ਤੇ ਫੰਡ ਦਿੱਤਾ ਗਿਆ। ਹੁਣ ਜਿਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ, ਉਹੀ ਮਾਮਲਾ ਮਨੀ ਲਾਂਡਰਿੰਗ ਦਾ ਮਾਮਲਾ। ਈਡੀ ਵੱਲੋਂ ਹਿਰਾਸਤ ਦੇ ਵਿੱਚ ਲਿੱਤਾ ਗਿਆ। ਪਿਛਲੇ ਸਮੇਂ ਦੌਰਾਨ ਉਹਨਾਂ ਦੇ ਘਰ ਦੇ ਵਿੱਚ ਛਾਪੇਮਾਰੀ ਵੀ ਹੋਈ ਸੀ, ਰੇਡ ਪਾਈ ਗਈ ਸੀ ਈਡੀ ਵੱਲੋਂ, ਉਹਨਾਂ ਦੇ ਧੀ ਜਵਾਈ ਦੇ ਘਰ ਵੀ ਰੇਡ ਪਾਈ ਗਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਸੰਮਨ ਭੇਜੇ ਗਏ। ਸੰਮਨ ਦੇ ਦੌਰਾਨ ਸੁਖਪਾਲ ਸਿੰਘ ਖਹਿਰਾ ਪੇਸ਼ ਵੀ ਹੁੰਦੇ ਨੇ। ਲੇਕਿਨ ਹੁਣ ਜਿਸ ਤਰੀਕੇ ਦੇ ਨਾਲ 12 ਤਰੀਕ ਤੋਂ ਸਿਆਸਤ ਗਰਮਾਈ ਹੋਈ ਹੈ, ਸੁਖਪਾਲ ਸਿੰਘ ਖਹਿਰਾ ਦੀ ਪੈਰਵੀ ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਕਰ ਰਹੇ ਨੇ। ਮਹਿਤਾਬ ਸਿੰਘ ਖਹਿਰਾ ਨੇ ਦੋਸ਼ ਲਗਾਏ ਨੇ ਕਿ ਉਹਨਾਂ ਦੇ ਪਿਤਾ ਨੂੰ ਜਾਣ ਬੁੱਝ ਕੇ ਸਿਆਸੀ ਰੰਜਿਸ਼ ਦੇ ਤਹਿਤ ਜੋ ਹੈ ਉਹ ਗ੍ਰਿਫਤਾਰ ਕੀਤਾ ਗਿਆ। ਈਡੀ ਸਿਰਫ ਬਹਾਨਾ ਬਣਾਇਆ ਜਾ ਰਿਹਾ ਉਹਨਾਂ ਦੇ ਪੋਲੀਟੀਕਲ ਕਰੀਅਰ ਨੂੰ ਸਮਾਪਤ ਕਰਨ ਦੇ ਲਈ, ਉਹਨਾਂ ਨੂੰ ਡਰਾਉਣ ਦੇ ਲਈ, ਕਿਉਂਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਕਿਸਾਨਾਂ ਨੂੰ ਖੁੱਲ੍ਹ ਕੇ ਪਾਰਟੀਆਂ ਤੋਂ ਉੱਤੇ ਉੱਠ ਕੇ ਹਮਾਇਤ ਦਿੱਤੀ ਗਈ ਹੈ, ਉਹਨਾਂ ਨੂੰ ਸਪੋਰਟ ਕੀਤਾ ਗਿਆ। ਜਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਆਏ ਨੇ, ਨਾਅਰਾ ਬੁਲੰਦ ਕਰਦੇ ਆਏ ਨੇ, ਉਸ ਦੀ ਸਜ਼ਾ ਜੋ ਹੈ ਕੇਂਦਰ ਸਰਕਾਰ ਵੱਲੋਂ ਔਰ ਅਕਾਲੀਆਂ 'ਤੇ ਜੋ ਗੰਭੀਰ ਦੋਸ਼ ਨੇ ਉਹ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਵੱਲੋਂ ਲਗਾਏ ਗਏ ਨੇ ਕਿ ਅਕਾਲੀਆਂ ਦੀ ਚਾਲ ਹੇਠਾਂ ਈਡੀ ਵੱਲੋਂ ਉਹਨਾਂ ਦੇ ਪਿਤਾ ਯਾਨੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ। 12 ਨਵੰਬਰ ਨੂੰ ਰਿਮਾਂਡ ਮਿਲ ਜਾਂਦਾ ਈਡੀ ਨੂੰ, ਈਡੀ ਦਿੱਲੀ ਲੈ ਕੇ ਰਵਾਨਾ ਹੋ ਜਾਂਦੀ ਹੈ। ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਜਿਹੜੀ ਅਗਲੀ ਪੇਸ਼ੀ ਹੈ ਉਹ 18 ਨਵੰਬਰ ਨੂੰ ਹੋਣੀ ਹੈ। ਲੇਕਿਨ ਇੱਕ ਵੱਡੀ ਖਬਰ ਅੱਜ ਸਵੇਰੇ ਹੁੰਦੇ ਇੱਕ ਵੱਡੀ ਖਬਰ ਆਉਂਦੀ ਹੈ, ਜਿਸ ਟਾਈਮ ਮਹਿਤਾਬ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਹੋਰ ਵੱਡਾ ਖੁਲਾਸਾ ਆਪਣੇ ਪਿਤਾ ਜੀ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਕੀਤਾ ਜਾਂਦਾ। ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਤੇ ਤਸ਼ੱਦਦ ਢਾਏ ਜਾ ਰਹੇ ਨੇ, ਉਹਨਾਂ ਦੀ ਸਿੱਖੀ ਤੇ ਹਮਲਾ ਹੋ ਰਿਹਾ, ਜਿਸ ਕਰਕੇ ਹੁਣ ਸੁਖਪਾਲ ਸਿੰਘ ਖਹਿਰਾ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਤੇ ਚਲੇ ਗਏ ਨੇ, ਕਿਉਂਕਿ ਉਹਨਾਂ ਦੇ ਨਾਲ ਅਣਮਨੁੱਖੀ ਵਤੀਰਾ ਜੇਲ੍ਹ ਦੇ ਵਿੱਚ ਕੀਤਾ ਜਾ ਰਿਹਾ। ਹੁਣ ਸਵਾਲਾਂ ਦੇ ਘੇਰੇ ਵਿੱਚ ਪ੍ਰਸ਼ਾਸਨ ਆ ਚੁੱਕਿਆ। ਸਵਾਲ ਪਹਿਲਾਂ ਵੀ ਪ੍ਰਸ਼ਾਸਨ ਤੇ ਚੁੱਕੇ ਜਾ ਰਹੇ ਸਨ, ਜਿਸ ਤਰੀਕੇ ਦੇ ਨਾਲ ਸੰਮਨ ਜਾਰੀ ਹੁੰਦੇ ਨੇ, ਜਿਸ ਤਰੀਕੇ ਦੇ ਨਾਲ ਖੁਦ ਪੁੱਛਗਿੱਛ ਦਾ ਹਿੱਸਾ ਬਣਨ ਦੇ ਲਈ, ਸਪੋਰਟ ਕਰਨ ਦੇ ਲਈ ਸੁਖਪਾਲ ਸਿੰਘ ਖਹਿਰਾ ਜੋ ਨੇ ਈਡੀ ਦੇ ਅੱਗੇ ਪੇਸ਼ ਹੁੰਦੇ ਨੇ, ਫਿਰ ਉਹਨਾਂ ਦੀ ਪੇਸ਼ੀ ਦੇ ਦੌਰਾਨ ਹੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਂਦਾ ਹੈ। ਹੁਣ ਸਵਾਲ ਉਠਾਏ ਜਾ ਰਹੇ ਨੇ ਪੁਲਿਸ ਦੇ ਰਵੱਈਏ ਤੇ, ਪ੍ਰਸ਼ਾਸਨ ਦੇ ਰਵੱਈਏ ਤੇ। ਮਹਿਤਾਬ ਸਿੰਘ ਖਹਿਰਾ ਵੱਲੋਂ ਸਵਾਲ
ਸਵਾਲ ਚੁੱਕੇ ਗਏ ਨੇ ਉਹ ਸਵਾਲ ਬਹੁਤ ਹੀ ਗੰਭੀਰ ਨੇ ਜਿਨ੍ਹਾਂ ਦਾ ਜਵਾਬ ਹਲੇ ਤੱਕ ਅਗਰ ਸੂਬਾ ਸਰਕਾਰ ਵੀ ਦੇਖੇ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਕਾਂਗਰਸ ਦੇ ਕਿਸੇ ਵੀ ਲੀਡਰ ਵੱਲੋਂ ਹਲੇ ਤੱਕ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਕੋਈ ਵੀ ਬਿਆਨ ਦਰਜ ਨਹੀਂ ਕਰਾਇਆ ਗਿਆ। ਇੱਥੇ ਤੱਕ ਕਿ ਇਸ ਸ਼ੋਅ ਦੇ ਦੌਰਾਨ ਮੇਰੀ ਕੁਝ ਕਾਂਗਰਸ ਦੇ ਵਿਧਾਇਕਾਂ ਦੇ ਨਾਲ ਮੈਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਵੀ ਕੀਤੀ, ਲੇਕਿਨ ਸਾਰੇ ਹੀ ਟਾਲ ਮਟੋਲ ਕਰਦੇ ਹੋਏ ਨਜ਼ਰ ਆਏ। ਉਹਨਾਂ ਵੱਲੋਂ ਸਿਰਫ ਇੰਨਾ ਤੱਕ ਕਿਹਾ ਗਿਆ ਕਿ ਸਾਨੂੰ ਹਲੇ ਇਜਾਜ਼ਤ ਨਹੀਂ ਹੈ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਜਾਂ ਉਹਨਾਂ ਦੇ ਹੱਕ ਦੇ ਵਿੱਚ ਕੁਝ ਵੀ ਆਵਾਜ਼ ਚੁੱਕਣ ਦੀ। ਸੋ ਸੁਖਪਾਲ ਸਿੰਘ ਖਹਿਰਾ ਹੁਣ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਬਹਿ ਗਏ ਨੇ, ਲੇਕਿਨ ਇਹ ਕਿਸ ਤਰੀਕੇ ਦੀ ਹੜਤਾਲ ਹੋਵੇਗੀ, ਅੱਗੇ 18 ਨਵੰਬਰ ਨੂੰ ਪੇਸ਼ੀ ਦੇ ਦੌਰਾਨ ਹੁਣ ਕੀ ਹੋਵੇਗਾ, ਈਡੀ ਵੱਲੋਂ ਕਿਹੜੇ ਖੁਲਾਸੇ ਕੀਤੇ ਜਾਣਗੇ। ਲੇਕਿਨ ਮਹਿਤਾਬ ਸਿੰਘ ਖਹਿਰਾ ਵੱਲੋਂ ਜਿਸ ਤਰੀਕੇ ਦਾ ਝੰਡਾ ਚੁੱਕਿਆ ਗਿਆ, ਜੋ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਕਾਬਿਲੇ ਗੌਰ ਹੈ ਕਿ ਪੁੱਤਰ ਵੱਲੋਂ ਕਿਸ ਤਰੀਕੇ ਦਾ ਜੋ ਹੈ ਆਵਾਜ਼ ਆਪਣੇ ਪਿਤਾ ਦੇ ਹੱਕ ਦੇ ਵਿੱਚ ਬੁਲੰਦ ਕੀਤੀ ਜਾ ਰਹੀ ਹੈ। ਆਓ ਵੇਖਦੇ ਹਾਂ ਖਾਸ ਰਿਪੋਰਟ। ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਦੇ 7 ਦਿਨਾਂ ਦੇ ਰਿਮਾਂਡ ਤੇ ਹਨ, ਜਿੱਥੇ ਕਿ ਉਹਨਾਂ ਤੋਂ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਹੁਣ ਇੱਕ ਵੱਡਾ ਖੁਲਾਸਾ ਕਰ ਦਿੱਤਾ। ਉਹਨਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਦੇ ਪਿਤਾ ਦੇ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ, ਜਿਸ ਕਾਰਨ ਉਹ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਤੇ ਬੈਠ ਗਏ ਹਨ। ਤੁਹਾਨੂੰ ਦੱਸ ਦਈਏ, ਮਹਿਤਾਬ ਖਹਿਰਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਇਹ ਗੱਲ ਸਾਂਝੀ ਕੀਤੀ ਹੈ। ਉਹ ਪੋਸਟ ਦੇ ਵਿੱਚ ਲਿਖਿਆ ਗਿਆ, ਦੋਸਤੋ ਬਹੁਤ ਹੀ ਭਰੇ ਮਨ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਕਿ ਮੇਰਾ ਪਿਤਾ ਜੀ ਸਰਦਾਰ ਸੁਖਪਾਲ ਸਿੰਘ ਖਹਿਰਾ ਹੁਣ ਤੋਂ ਹੜਤਾਲ ਤੇ ਬੈਠੇ ਹਨ ਕਿਉਂਕਿ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ। ਉਹਨਾਂ ਦੀ ਸਿੱਖੀ ਉੱਪਰ ਹਮਲਾ ਕੀਤਾ ਜਾ ਰਿਹਾ। ਇੱਕ ਪੁਲਿਸ ਅਧਿਕਾਰੀ ਪਾਂਡੇ ਨੇ ਉਹਨਾਂ ਨੂੰ ਆਪਣਾ ਕੜਾ ਤੱਕ ਉਤਾਰਨ ਲਈ ਆਖਿਆ, ਜੋ ਕਿ ਸਾਡੇ ਗੁਰੂਆਂ ਦੀ ਨਿਸ਼ਾਨੀ ਹੈ। ਉਹਨਾਂ ਦੇ ਕਿਸੇ ਵੀ ਨੁਕਸਾਨ ਲਈ ਚੰਡੀਗੜ੍ਹ ਪੁਲਿਸ ਅਤੇ ਉਹਨਾਂ ਦੇ ਅਫਸਰ ਜ਼ਿੰਮੇਵਾਰ ਹੋਣਗੇ। ਜਦ ਤੱਕ ਉਹਨਾਂ ਦੀ ਸਿੱਖੀ ਉੱਪਰ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਅਤੇ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਉੱਪਰ ਡਾਕਾ ਮਾਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ, ਉਹਨਾਂ ਦੀ ਇਹ ਭੁੱਖ ਹੜਤਾਲ ਨਿਰੰਤਰ ਜਾਰੀ ਰਹੇਗੀ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਪੁਲਤ ਵਿਖੇ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ ਇੱਕ ਹੁੰਗਾਰ ਭਰੀ ਗਈ ਸੀ, ਜਿਸ ਵਿੱਚ ਸੁਖਪਾਲ ਖਹਿਰਾ ਦੇ ਪਰਿਵਾਰ ਵੱਲੋਂ ਖਾਸ ਤੌਰ ਤੇ ਸ਼ਮੂਲੀਅਤ ਕਰਕੇ ਹਲਕੇ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਤਾਨਾਸ਼ਾਹੀ ਸਰਕਾਰਾਂ ਦੇ ਰਵੱਈਏ ਦੇ ਖਿਲਾਫ ਨਾਅਰਾ ਬੁਲੰਦ ਕੀਤਾ ਗਿਆ। ਮੇਰੇ ਦਿਲ ਵਿੱਚ ਰੋਸ ਹੈ ਕਿ ਮੇਰਾ ਪਰਿਵਾਰ ਇੱਥੇ ਬੈਠਾ ਹੈ ਤੇ ਇਸ ਪਰਿਵਾਰ ਦਾ ਕਰਤਾ ਧਰਤਾ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਡੇ ਵਿੱਚ ਅੱਜ ਨਹੀਂ ਹੈ। ਮੇਰੇ ਦਿਲ ਵਿੱਚ ਰੋਸ ਹੈ, ਮੇਰੇ ਪੇਟ ਵਿੱਚ ਗੁੱਸਾ ਹੈ, ਪਰ ਮੇਰਾ ਦਿਮਾਗ ਠੰਡਾ ਹੈ। ਮੈਂ ਡਰਿਆ ਨਹੀਂ ਹੋਇਆ, ਮੈਂ ਘਬਰਾਉਂਦਾ ਨਹੀਂ। ਇਹ ਸਮਾਂ ਰੋਣ ਦਾ, ਘਬਰਾਉਣ ਦਾ, ਮਾਯੂਸ ਹੋਣ ਦਾ ਸਮਾਂ ਨਹੀਂ ਹੈ। ਇਹ ਸਮਾਂ ਆਪਣੇ ਦਿਮਾਗ ਨਾਲ ਲੜਾਈ ਲੜਨ ਦਾ ਹੈ। ਮੈਨੂੰ ਪਤਾ ਹੈ ਤੁਸੀਂ ਸਾਰੇ ਇੱਥੇ ਆਏ ਔਰ ਤੁਹਾਡੇ ਸਾਰਿਆਂ ਦੀ ਮੈਂ ਦੇਣ ਨਹੀਂ ਕਦੀ ਦੇ ਪਾਉਂਗਾ। ਜਦ ਮੈਂ ਉੱਥੇ ਗੇਟ ਤੇ ਖੜਾ, ਮੈਂ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜੇ, ਯਕੀਨ ਮੰਨਣਾ ਮੈਂ ਆਪਣੇ ਦਿਲ ਨਾਲੋਂ ਪਿਆਰ ਕੀਤਾ ਤੁਹਾਨੂੰ। ਤੁਹਾਡਾ ਕੱਲਾ ਕੱਲਾ ਚੱਲਿਆ ਕਦਮ ਇੱਥੇ ਤੱਕ ਤੁਸੀਂ ਜਦ ਮੇਰੇ ਘਰ ਰਾਮਗੜ੍ਹ ਵਿੱਚ ਆਏ, ਤੁਹਾਡਾ ਕੱਲਾ ਕੱਲਾ ਕਦਮ ਮੇਰੇ ਸਿਰ ਮੱਥੇ ਤੇ, ਮੈਂ ਤੁਹਾਨੂੰ ਸਲੂਟ ਕਰਦਾ। ਮੇਰੇ ਮਦਰ, ਮੇਰੀ ਵਾਈਫ ਪਿਛਲੇ 2-3 ਦਿਨ ਤੋਂ ਤੁਸੀਂ ਸਾਰੇ ਮੇਰੇ ਤੋਂ ਉਮਰ 'ਚ ਵੱਡੇ ਹੋ, ਤੁਹਾਡਾ ਤਜਰਬਾ ਮੇਰੇ ਤੋਂ ਕਈ ਸਦੀਆਂ, ਕਈ ਦਹਾਕੇ ਮੇਰੇ ਤੋਂ ਜ਼ਿਆਦਾ ਹੈ। ਮੇਰੇ ਮਨ ਤੇ ਬੋਝ ਸੀ। 11 ਤਰੀਕ ਨੂੰ ਜਦ ਮੇਰੇ ਫਾਦਰ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਦਿੱਲੀ ਦੀ ਸਰਕਾਰ ਨੇ ਅਰੈਸਟ ਕਰਨ ਦੀ ਜੁਰਅਤ ਕੀਤੀ, ਉਸ ਦਿਨ ਮੇਰੇ ਦਿਲ 'ਚ ਰੋਸ ਸੀ। ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਯਾਰ ਅੱਜ ਮਹਿਤਾਬ ਆ ਕੀ ਭਾਣਾ ਵਾਪਰ ਗਿਆ, ਕੌਣ ਆਊਗਾ ਮੇਰੇ ਨਾਲ ਖੜੂਗਾ, ਕੌਣ ਲੜਾਈ ਲੜੂਗਾ ਮੇਰੇ ਨਾਲ। ਜਦ ਮੈਂ ਸਵੇਰੇ ਚੰਡੀਗੜ੍ਹੋਂ ਚੱਲਿਆ, ਮੇਰੇ ਦਿਮਾਗ ਵਿੱਚ ਇਹ ਸ਼ੰਕਾ ਸੀ, ਲੇਕਿਨ ਜਦ ਮੈਂ ਸਵੇਰੇ ਇੱਥੇ 9, 10, 11 ਵਜੇ ਤੁਹਾਡੇ ਨਾਲ ਹੱਥ ਮਿਲਾਇਆ, ਤੁਹਾਡੇ ਪੈਰੀ ਹੱਥ ਲਾਏ, ਯਕੀਨ ਮੰਨਣਾ ਮੇਰਾ ਹੌਸਲਾ ਬੁਲੰਦ ਹੋਇਆ। ਦਿੱਲੀ ਦੀ ਸਰਕਾਰ ਅੱਜ ਵੀ ਇਸ ਪਰਿਵਾਰ ਦੇ ਖਿਲਾਫ ਹੈ। ਪਰਿਵਾਰ ਇੱਕੋ ਹੈ। ਤੁਹਾਡੇ ਸਾਰਿਆਂ ਦਾ ਸਾਥ ਮੈਂ ਜ਼ਿੰਦਗੀ ਦੇ
ਕਦੀ ਐਂਡ ਤੱਕ ਭੁੱਲੂਗਾ ਨਹੀਂ। ਮੈਨੂੰ ਯਕੀਨ ਮੰਨਣਾ, ਜਿੱਦਾਂ ਮੇਰੇ ਦਾਦਾ ਜੀ ਨੇ ਲੜਾਈ ਲੜੀ ਨਾ, ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਨੇ ਭਲੱਥ ਵਾਸਤੇ ਲੜਾਈ ਲੜੀ, ਪੰਜਾਬ ਦੇ ਪਾਣੀਆਂ ਵਾਸਤੇ, ਪੰਜਾਬ ਦੇ ਵਾਸੀਆਂ ਵਾਸਤੇ, ਪੰਜਾਬ ਤੋਂ ਬਾਹਰ ਰਹਿੰਦੇ ਹੋਏ ਪੰਜਾਬੀਆਂ ਵਾਸਤੇ ਜੋ ਲੜਾਈ ਲੜੀ, ਉਦਾਂ ਦੀ ਲੜਾਈ ਮੈਂ ਲੜੂੰਗਾ। ਮੈਂ ਵਕੀਲ ਹਾਂ। ਤੁਹਾਡੇ ਸਾਰਿਆਂ ਚੋਂ ਤੁਹਾਨੂੰ ਕਈਆਂ ਨੂੰ ਮੌਕਾ ਮਿਲਿਆ ਮੇਰੇ ਕੋਲ ਚੰਡੀਗੜ੍ਹ ਆਉਣ ਦਾ। ਮੈਂ ਆਪਣੀ ਕੋਈ ਸਰਵਿਸ, ਕੋਈ ਡਿਊਟੀ ਤੁਹਾਡੇ ਅੱਗੇ ਪੇਸ਼ ਕੀਤੀ, ਮੈਂ ਤਨਦੇਹੀ ਨਾਲ ਕੀਤੀ। ਹੋ ਸਕਦਾ ਹੈ ਕਿ ਆਪਾਂ ਇੱਕ ਅੱਧਾ ਕੇਸ ਹਾਰ ਗਏ ਹੋਵਾਂਗੇ, ਪਰ ਮੈਂ ਜੋ ਲੜਾਈ ਲੜੀ ਸੱਚੇ ਦਿਲ ਨਾਲ ਲੜੀ। ਗੱਲਾਂ ਬਹੁਤ ਸਾਰੀਆਂ ਨੇ, ਮੇਰਾ ਦਿਲ ਭਰਿਆ ਹੋਇਆ ਅੱਜ। ਮੇਰੇ ਦਿਲ ਵਿੱਚ ਰੋਸ ਹੈ, ਪਰ ਮੇਰਾ ਦਿਮਾਗ ਠੰਡਾ ਹੈ। ਯਾਦ ਰੱਖਿਓ, ਤੁਹਾਨੂੰ ਸਾਰਿਆਂ ਨੂੰ ਇਹ ਲੜਾਈ ਮੈਂ ਇਕੱਲੇ ਨਹੀਂ ਲੜ ਸਕਦਾ। ਕੋਟਾ ਕਚਹਿਰੀਆਂ ਦੀ ਲੜਾਈ ਮੈਂ ਲੜ ਲੂੰਗਾ। ਅੱਜ ਜੀਟੀ ਰੋਡ ਤੋਂ ਪਾਰ ਕਪੂਰਥਲੇ ਵਾਲੀ ਲੜਾਈ ਵੀ ਮੈਂ ਲੜ ਲੂੰਗਾ। ਭਲੱਥ ਤੋਂ ਅੱਗੇ ਬੇਗੋਵਾਲ ਬੈਠੀ ਲੜਾਈ ਉਹ ਵੀ ਮੈਂ ਲੜੂੰਗਾ। ਚੰਡੀਗੜ੍ਹ ਤੋਂ ਪਾਰ ਦਿੱਲੀ ਦੀ ਸਰਕਾਰ ਨਾਲ ਲੜਾਈ ਮੈਂ ਲੜੂੰਗਾ। ਤੁਸੀਂ ਮੇਰਾ ਸਾਥ ਦੇਣਾ, ਤੁਸੀਂ ਮੇਰੇ ਪਿੱਛੇ ਚੱਟਾਨ ਵਾਂਗੂ ਖੜੇ ਰਹਿਣਾ। ਉਸ ਕੇਸ ਬਾਰੇ ਗੱਲ ਕਰਨਾ ਚਾਹੁੰਦਾ ਜਿਹਦੇ ਕਰਕੇ ਅੱਜ ਅਖਬਾਰਾਂ 'ਚ ਲਿਖਿਆ ਜਾਂਦਾ ਕਿ ਸੁਖਪਾਲ ਸਿੰਘ ਖਹਿਰਾ ਡਰੱਗ ਕੇਸ ਰੈਕਟ, ਇੰਟਰਨੈਸ਼ਨਲ ਡਰੱਗ ਰੈਕਟ। ਝੂਠ ਬੋਲਦੇ ਨੇ ਉਹ ਲੋਕ। ਸੱਚਾਈ ਮੈਨੂੰ ਪਤਾ, ਸੱਚਾਈ ਕਿੱਥੇ, ਕੱਲੇ ਕੱਲੇ ਬੈਠੇ ਇਨਸਾਨ ਨੂੰ ਸੱਚਾਈ ਪਤਾ ਨਹੀਂ। ਲੇਕਿਨ ਮੈਂ ਉਹਨਾਂ ਦਾ ਵਕੀਲ, ਉਹਨਾਂ ਦਾ ਬੇਟਾ। ਮੈਨੂੰ ਸਭ ਤੋਂ ਪਹਿਲੀ ਗੱਲ, ਮੈਨੂੰ ਫਖਰ ਹੈ ਉਸ ਇਨਸਾਨ ਦਾ ਬੇਟਾ ਹੋਣ ਦਾ ਜਿਹਦੇ ਸੱਦੇ ਤੇ, ਜਿਹਦੇ ਕਾਰਨ ਇੰਨੇ ਲੋਕ ਇੱਥੇ ਇਕੱਠੇ ਹੋਏ। ਮੈਨੂੰ ਮਾਣ ਹੈ। ਇੱਕ ਵਾਰ ਫਿਰ ਮੇਰੇ ਵੱਲੋਂ ਤੁਹਾਨੂੰ ਸਲੂਟ ਹੈ। 5 ਮਿੰਟ ਆਪਾਂ ਲਾਈਏ ਕੇਸ ਤੇ। ਈਡੀ ਇਨਫੋਰਸਮੈਂਟ ਡਾਇਰੈਕਟੋਰੇਟ, ਇਹ ਪੰਜਾਬ ਸਰਕਾਰ ਦੇ ਥੱਲੇ ਨਹੀਂ ਆਉਂਦਾ। ਇਹ ਕਿਸੇ ਯੂਨੀਅਨ ਮਿਨਿਸਟਰੀ ਦੇ ਥੱਲੇ ਨਹੀਂ ਆਉਂਦੀ। ਇਹ ਪੀਐਮਓ ਤੋਂ ਚੱਲਦੀ, ਸਭ ਤੋਂ ਪੀਐਮਓ ਪ੍ਰਾਈਮ ਮਿਨਿਸਟਰ ਆਫਿਸ ਤੋਂ ਚੱਲਣ ਵਾਲੀ ਇਹ ਇੱਕ ਐਸੀ ਬੇਲਗਾਮ ਘੋੜਾ ਹੈ। ਇਹਨਾਂ ਨੂੰ ਡਾਂਗ ਫੜਾਈ ਹੋਈ ਹੈ। ਆਪਾਂ 9 ਮਾਰਚ 2021 ਦੀ ਮੈਂ 2 ਮਿੰਟ ਦੀ ਗੱਲ ਸੁਣਾਉਣਾ। ਤੁਸੀਂ ਸਾਰੇ ਜਿਹਨਾਂ ਦਾ ਕਾਨੂੰਨ ਨਾਲ ਕਦੀ ਵਾਹ ਪਿਆ ਹੋਵੇ, ਤੁਹਾਨੂੰ ਸਾਰਿਆਂ ਨੂੰ ਪਤਾ, ਤੁਹਾਡਾ ਤਜਰਬਾ ਮੇਰੇ ਨਾਲੋਂ ਜ਼ਿਆਦਾ। 9 ਤਰੀਕ ਨੂੰ ਜਦ ਸਾਡੇ ਘਰ ਛਾਪਾ ਮਾਰਨ ਆਏ, ਕਾਨੂੰਨੀ ਤੌਰ ਸੀਆਰਪੀਸੀ ਕਨਸਟੀਟਿਊਸ਼ਨ ਆਫ ਇੰਡੀਆ ਇਹ ਕਹਿੰਦੀ ਹੈ ਕਿ ਜੇ ਤੁਸੀਂ ਕਦੀ ਕਿਸੇ ਦੇ ਘਰ ਦੇ ਅੰਦਰ ਜਾਣਾ ਹੈ, ਤੁਹਾਨੂੰ ਵਾਰੰਟ ਲੈ ਕੇ ਜਾਣਾ ਪਊਗਾ ਕੋਰਟ। ਇਨਫੋਰਸਮੈਂਟ ਡਾਇਰੈਕਟੋਰੇਟ ਐਡਾ ਬੇਲਗਾਮ ਘੋੜਾ ਸਾਡੇ ਘਰ ਦੇ ਅੰਦਰ ਆ ਕੇ ਇੱਕ ਕਾਗਜ਼ ਤੇ ਆਪ ਲਿਖ ਕੇ ਕਹਿੰਦਾ ਹੈ ਕਿ ਜੀ ਆ ਲੋ ਤੁਹਾਡਾ ਵਾਰੰਟ, ਅਸੀਂ ਸਾਡੇ ਕੋਲ ਪਾਵਰ ਆ, ਅਸੀਂ ਤੁਹਾਡੇ ਘਰ ਦੇ ਅੰਦਰ ਛਾਪਾ ਮਾਰ ਸਕਦੇ। ਚਲੋ ਕੋਈ ਨਾ, ਮਾਰ ਲੋ ਛਾਪੇ, ਅਸੀਂ ਕੁਝ ਲੁਕੋਇਆ ਨਹੀਂ ਕਦੀ ਕਿਸੇ ਤੋਂ। ਆ ਜਾ ਕੇ ਉਹ ਮੇਰੇ ਤੋਂ, ਸਾਡੇ ਤੋਂ ਘਰੋਂ ਕੀ ਲੈ ਕੇ ਗਏ? ਮੇਰਾ ਫੋਨ ਲੈ ਕੇ ਗਏ, ਮੇਰੀ ਵਾਈਫ ਦਾ, ਮੇਰੀ ਮਦਰ ਦਾ ਫੋਨ ਲੈ ਕੇ ਗਏ। ਕੀ ਮਿਲਣਾ ਸੀ ਸਾਡੇ ਘਰੋਂ? 1 ਵੀ ਰੁਪਈਆ ਨਹੀਂ ਇਹਨਾਂ ਨੂੰ ਗੈਰ ਕਾਨੂੰਨੀ ਲੱਭਿਆ। ਕੋਈ ਸੋਨਾ, ਕੋਈ ਫੇਕ ਪਾਸਪੋਰਟ, ਕੁਝ ਵੀ ਨਹੀਂ। ਸੋ ਇਹ ਆਪਣਾ ਜ਼ਬਰ ਚਲਾਉਣਾ ਚਾਹੁੰਦੇ ਨੇ, ਡਰਾਉਣਾ ਚਾਹੁੰਦੇ ਨੇ। ਮੈਨੂੰ ਨਹੀਂ ਲੱਗਦਾ ਕੋਈ ਕਿਸੇ ਵੀ ਪੰਜਾਬੀ ਨੂੰ ਇਹ ਸੁਖਪਾਲ ਸਿੰਘ ਖਹਿਰਾ ਨੂੰ ਤਾਂ ਕੀ ਡਰਾਂਗੇ। ਇੱਥੇ ਬੈਠੇ ਇੱਕ ਵੀ ਬੰਦੇ ਨੂੰ ਇਹ ਡਰਾ ਨਹੀਂ ਸਕਦੇ। ਮੈਂ ਕੇਸ ਦੀ ਗੱਲ ਕਰ ਰਿਹਾ ਸੀ। ਮੈਂ ਥੋੜਾ ਜਲਦੀ ਕਰੂੰਗਾ ਕਿਉਂਕਿ ਮੈਂ ਕੇਸ ਬਾਰੇ ਜ਼ਿਆਦਾ ਗੱਲ ਨਹੀਂ ਕਰਨੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰਾ ਕੁਝ। 2015 ਵਿੱਚ ਇੱਕ ਐਨਡੀਪੀਐਸ ਦਾ ਪਰਚਾ ਹੁੰਦਾ ਹੈ ਫਾਜ਼ਿਲਕਾ ਦੇ ਸਦਰ ਜਲਾਲਾਬਾਦ ਥਾਣੇ ਵਿੱਚ। ਐਫਆਈਆਰ ਵਿੱਚ ਮੇਰੇ ਫਾਦਰ ਦਾ ਨਾਮ ਨਹੀਂ ਆਉਂਦਾ। ਉਸ ਐਫਆਈਆਰ ਵਿੱਚ 9 ਜਾਣੇ ਮੌਕੇ ਤੋਂ ਗ੍ਰਿਫਤਾਰ ਹੁੰਦੇ ਨੇ। 9 ਜਾਣਿਆਂ ਦੇ ਵਿੱਚੋਂ ਸਾਡੇ ਮੇਰੇ ਫਾਦਰ ਦੇ ਦੋਸਤ, ਅਸੀਂ ਇਨਕਾਰ ਨਹੀਂ ਕਰਦੇ, ਬਿਕੋਜ਼ ਜਿੱਦਾਂ ਤੁਸੀਂ ਸਾਡਾ ਸਾਥ ਦਿੰਦੇ ਹੋ ਉਦਾਂ ਉਹ ਵੀ ਸਾਰਿਆਂ ਨੇ ਸਾਡਾ ਸਾਥ ਦਿੱਤਾ। ਅਸੀਂ ਮੁਕਰਨ ਵਾਲੇ ਲੋਕਾਂ ਚੋਂ ਨਹੀਂ ਆ। ਅਸੀਂ ਠੋਕ ਕੇ ਕਹਿੰਦੇ ਨੇ ਹਾਂ ਸਾਡੀ ਪਹਿਚਾਨ ਸੀ ਹੈ। ਉਸ ਗੁਰਦੇਵ ਸਿੰਘ ਜੀ ਜਦੋਂ ਉਸ ਮੌਕੇ ਤੋਂ ਫੜੇ ਗਏ, ਸ਼ਾਇਦ ਉਹ 9 ਜਾਂ 8 ਮਾਰਚ 2015 ਦੀ ਗੱਲ ਹੈ, ਅਕਾਲੀ ਦਲ ਦੀ ਸਰਕਾਰ ਸੀ। 9 ਮਾਰਚ 2015 ਤੋਂ ਲੈ ਕੇ 2017 ਤੱਕ ਐਫਆਈਆਰ ਪਰਚਾ ਜਿਹਨੂੰ ਆਪਾਂ ਕਹਿੰਦੇ, ਉਸ ਤੋਂ ਬਾਅਦ ਜੇ ਮੈਂ ਗਲਤ ਨਾ ਹੋਵਾਂ, ਹੁਣ ਮੈਂ ਭੁੱਲ ਰਿਹਾ, ਘੱਟੋ ਘੱਟ 5 ਜਾਂ 6 ਚਲਾਨ ਪੇਸ਼ ਕੀਤੇ ਗਏ ਉਸ ਕੇਸ ਵਿੱਚ। ਸੁਖਪਾਲ ਸਿੰਘ ਖਹਿਰਾ ਦਾ ਇੱਕ ਵੀ ਚਲਾਨ ਵਿੱਚ ਨਾਮ ਨਹੀਂ ਆਇਆ। 2017 ਵਿੱਚ ਤੁਹਾਡੇ ਹੱਥੀ ਜਤਾਨ ਤੋਂ ਬਾਅਦ
ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਗਿਆ। ਮੇਰੇ ਫਾਦਰ ਨੇ ਜਦੋਜਹਿਦ ਕੀਤੀ, ਪਿੰਡਾਂ ਦੀ ਪਾਣੀਆਂ ਦੀ ਲੜਾਈ, ਰੇਤ ਮਾਫੀਆ ਦੇ ਖਿਲਾਫ ਲੜਾਈ ਲੜੀ। ਉਸ ਰੇਤ ਮਾਫੀਆ ਦੇ ਦਾਗੀ ਮਿਨਿਸਟਰ ਨੂੰ ਲਵਾਇਆ ਗਿਆ। ਮੈਂ ਡਰਦਾ ਨਹੀਂ ਕਿਸੇ ਤੋਂ, ਕੁਝ ਨਹੀਂ ਹੁੰਦਾ, ਕੀ ਕਰ ਲੈਣਗੇ ਮੇਰਾ। ਜਦ ਇਹ ਕਾਰਵਾਈ ਕੀਤੀ ਗਈ, ਉਹਨਾਂ ਨੂੰ ਪਤਾ ਸੀਗਾ ਕਿ 2015 ਦਾ ਇੱਕ ਭਲੱਥ ਦਾ ਇੱਕ ਇਨਸਾਨ, ਉਹਦੇ ਨਾਲ ਆਪਾਂ ਖਹਿਰੇ ਨੂੰ ਕਿਸੇ ਤਰ੍ਹਾਂ ਟੱਚ ਕਰ ਸਕਦੇ, ਜੋੜ ਸਕਦੇ ਉਸ ਕੇਸ ਦੇ ਨਾਲ। ਉਹਨਾਂ ਨੇ 2017 ਵਿੱਚ, ਹੁਣ ਮੈਂ ਤੁਹਾਨੂੰ ਫਿਰ 2015 ਚ ਲੈ ਕੇ ਜਾਣਾ। ਮੇਰੀ ਕਹਾਣੀ ਜਿਹੜੀ ਹੈ ਥੋੜੀ ਅੱਗੇ ਪਿੱਛੇ ਚੱਲਦੀ ਹੈ, ਲੇਕਿਨ ਉਹ ਸਮਝਣੀ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਗੱਲਾਂ ਤੁਹਾਨੂੰ ਦੱਸ ਸਕਦਾ, ਤੁਸੀਂ ਜਾ ਕੇ ਆਪਣੇ ਪਿੰਡਾਂ 'ਚ ਦੱਸਣੀਆਂ, ਆਪਣੇ ਦੋਸਤਾਂ ਮਿੱਤਰਾਂ ਪਰਿਵਾਰਾਂ ਨੂੰ ਦੱਸਣੀਆਂ। 2015 ਚ ਆਪਾਂ ਫਿਰ ਚੱਲਦੇ ਹਾਂ ਪਿੱਛੇ। ਜਿਸ ਦਿਨ ਕਾਨੂੰਨੀ ਕਾਰਵਾਈ ਇਹ ਕਹਿੰਦੀ ਕਿ ਜਿਸ ਦਿਨ ਕੋਈ ਬੰਦਾ ਅਰੈਸਟ ਹੁੰਦਾ, ਉਸ ਦਿਨ ਉਹਨੂੰ ਪੁਲਿਸ ਰਿਮਾਂਡ ਵਿੱਚ ਕੀਤਾ ਜਾਂਦਾ, ਉਹਦੀ ਪੁੱਛਤਾਛ ਕੀਤੀ ਜਾਂਦੀ ਹੈ। ਪੁੱਛਤਾਛ ਪੂਰੀ ਹੋਣ ਤੋਂ ਬਾਅਦ ਚਲਾਨ ਪੇਸ਼ ਕੀਤਾ ਜਾਂਦਾ ਹੈ। ਚਲਾਨ ਪੇਸ਼ ਕਰਨ ਤੋਂ ਬਾਅਦ ਚਾਰਜ ਫਰੇਮ ਹੁੰਦੇ ਆ। ਚਲੋ ਮੈਂ ਤੁਹਾਨੂੰ ਫ੍ਰੀ ਲੀਗਲ ਐਡਵਾਈਸ ਵੀ ਦੇ ਦੇਣਾ, ਕਈਆਂ ਨੂੰ ਆਪਾਂ ਨੂੰ ਲੋੜ ਪੈਂਦੀ ਹੈ। ਚਲਾਨ ਪੇਸ਼ ਹੋਣ ਤੋਂ ਬਾਅਦ ਕੋਰਟਾਂ ਚਾਰਜ ਫਰੇਮ ਕਰਦੀਆਂ। ਚਾਰਜ ਫਰੇਮ ਹੋਣ ਤੋਂ ਬਾਅਦ ਟ੍ਰਾਇਲ ਸ਼ੁਰੂ ਹੁੰਦਾ ਹੈ। ਟ੍ਰਾਇਲ ਸ਼ੁਰੂ ਹੁੰਦਾ ਹੈ ਜਦ ਗਵਾਹੀਆਂ ਹੁੰਦੀਆਂ, ਪਹਿਲੇ ਪੁਲਿਸ ਦੀਆਂ ਗਵਾਹੀਆਂ, PWs ਪ੍ਰੋਸੀਕਿਊਸ਼ਨ ਵਿਟਨੈਸਸ ਹੁੰਦੇ ਨੇ। ਇਹ ਸਾਰੀ ਕਾਰਵਾਈ ਹੁੰਦੀ ਰਹੀ ਤੇ ਮੇਰੇ ਫਾਦਰ ਦਾ ਨਾਮ ਨਹੀਂ ਆਇਆ। ਉਸ ਕੇਸ ਦੇ ਅੰਦਰ ਗਵਾਹ ਨੰਬਰ 3 ਤੇ 4 ਉਹਨਾਂ ਦੀ ਗਵਾਹੀਆਂ ਹੋ ਗਈਆਂ। ਐਗਜ਼ਾਮੀਨੇਸ਼ਨ ਇਨ ਚੀਫ, ਮਤਲਬ ਕਿ ਤੁਸੀਂ ਆਪਣਾ ਬਿਆਨ ਕੋਰਟ ਦੇ ਸਾਹਮਣੇ ਆਪਣਾ ਬਿਆਨ ਦਿੰਦੇ ਹੋ, ਉਹ ਤੁਹਾਡਾ ਕੋਰਟ ਲਿਖ ਲੈਂਦਾ ਹੈ ਤੇ ਉਹ ਤੁਹਾਡੀ ਗਵਾਹੀ ਬਣ ਜਾਂਦੀ ਹੈ। ਫਿਰ ਇੱਕ ਮੌਕਾ ਮਿਲਦਾ ਦੂਜੇ ਜਿਹੜਾ ਉਹ ਹੁੰਦੇ ਨੇ ਅਕਿਊਜ਼ ਦਾ, ਜਿਹੜਾ ਵਕੀਲ ਹੁੰਦਾ, ਉਹਨੂੰ ਮੌਕਾ ਮਿਲਦਾ ਕ੍ਰਾਸ ਕਰਨ ਦਾ। ਆਪਾਂ ਕ੍ਰਾਸ ਕਹਿੰਦੇ ਜੀ ਉਹਨੂੰ, ਕ੍ਰਾਸ ਕਰਦੇ। ਉਹ ਹੋ ਗਿਆ। ਮੇਰੇ ਫਾਦਰ ਦਾ ਨਾਮ ਨਹੀਂ ਆਇਆ 2015। ਹੁਣ ਆ ਜੋ ਆਪਾਂ ਫਿਰ ਅੱਗੇ 2017 ਚ 2017 ਜਿੱਦਾਂ ਮੈਂ ਤੁਹਾਨੂੰ ਦੱਸਿਆ, LOP ਬਤੌਰ LOP ਕਈ ਮੁੱਦੇ ਉਠਾਏ ਗਏ, ਕਈਆਂ ਨੂੰ ਲਾਇਆ ਗਿਆ, ਕਈ ਚੋਰ ਫੜੇ ਗਏ। ਇਹ ਗੱਲ ਕਿਤੇ ਨਾ ਕਿਤੇ ਉੱਤੇ ਬੈਠੇ ਲੋਕਾਂ ਨੂੰ ਚੁਭੀ ਕਿ ਯਾਰ ਇਹ ਇਨਸਾਨ ਐਸਾ ਹੈ ਜੇ ਇਹਨੂੰ ਅੱਜ ਨਾ ਰੋਕਿਆ ਗਿਆ, ਇਹ ਸ਼ਾਇਦ ਕੱਲ ਸਭ ਤੋਂ ਵੱਡੇ ਮੁਕਾਮ ਤੱਕ ਪਹੁੰਚ ਸਕਦਾ। ਸੋ 2017 ਵਿੱਚ ਇੱਕ ਝੂਠੀ ਅਰਜ਼ੀ ਲਗਾਈ ਗਈ ਕੋਰਟ 'ਚ। ਸਾਨੂੰ ਪਤਾ ਨਹੀਂ ਸੀ ਇਹ ਸਾਰਾ ਕੁਝ ਸਾਡੇ ਪਿੱਠ ਦੇ ਪਿੱਛੇ ਹੋਇਆ। ਉਸ ਅਰਜ਼ੀ ਵਿੱਚ ਇਹ ਲਿਖਿਆ ਗਿਆ ਕਿ 2 ਗਵਾਹ ਜਿਹੜੇ ਆਲਰੇਡੀ ਗਵਾਹੀ ਦੇ ਚੁੱਕੇ ਆ, ਉਹਨਾਂ ਨੂੰ ਵਾਪਸ ਬੁਲਾਇਆ ਜਾਵੇ। ਉਹ ਗਵਾਹ ਜਦ ਵਾਪਸ ਆਉਂਦੇ ਕੋਰਟ ਦੇ ਸਾਹਮਣੇ, ਉਹ ਇਹ ਕਹਿੰਦੇ ਨੇ ਕਿ 2015 ਵਿੱਚ ਜਦ ਅਸੀਂ ਇੰਟਰੋਗੇਸ਼ਨ ਕਰ ਰਹੇ ਸੀ ਜਾਂ ਆਪਣੇ ਸਵਾਲ ਜਵਾਬ ਕਰਦੇ ਸੀ, ਉਸ ਟਾਈਮ ਸੋ ਐਂਡ ਸੋ ਨੇ ਸੁਖਪਾਲ ਸਿੰਘ ਖਹਿਰਾ ਦਾ ਨਾਮ ਲਿਆ ਸੀ। 2 ਸਾਲ ਬਾਅਦ ਇਹਨਾਂ ਨੂੰ ਯਾਦ ਆਇਆ ਯਾਰ। ਝੂਠਾ ਕੇਸ। ਇਸ ਗੱਲ ਤੋਂ ਪਤਾ ਚੱਲਦਾ ਕਿ ਆਪਾਂ ਤੁਹਾਡੇ ਸਾਰਿਆਂ ਦੀ ਦੇਣ, ਤੁਹਾਡੇ ਸਾਰਿਆਂ ਕਰਕੇ ਸੁਖਪਾਲ ਸਿੰਘ ਖਹਿਰਾ ਕਿੱਡੇ ਵੱਡੇ ਇਨਸਾਨ ਬਣ ਚੁੱਕੇ ਸਨ 2017 ਦੇ ਵਿੱਚ। ਚਲੋ ਹੋ ਗਈ ਝੂਠੀ ਗਵਾਹੀ। ਇੱਕ ਪਾਸੇ ਜਿਹੜੀ ਕੇਸ ਵਿੱਚ ਗਵਾਹੀ ਦਿੱਤੀ, ਉਸ ਗਵਾਹੀ ਦੇ ਕਰਕੇ ਮੇਰੇ ਫਾਦਰ ਨੂੰ 319 ਦੇ ਵਿੱਚ ਉਸ ਕੇਸ ਦੇ ਅੰਦਰ ਸਮਨ ਕੀਤਾ ਗਿਆ। ਉਹਨਾਂ ਨੂੰ ਬੁਲਾਇਆ ਗਿਆ ਕਿ ਹਾਂਜੀ ਤੁਹਾਡਾ ਨਾਮ ਆਇਆ ਕੇਸ ਵਿੱਚ। ਹੁਣ ਦੇਖੋ, ਸੱਚ ਤਾਂ ਸੱਚ ਰਹਿੰਦਾ ਔਰ ਝੂਠ ਝੂਠ ਰਹਿਣਾ। ਜਦ ਇਸ ਕੇਸ ਵਿੱਚ ਇੱਕ ਪਾਸੇ 9 ਜਾਣਿਆਂ ਨੂੰ 20 ਸਾਲ ਦੀ ਸਜ਼ਾ ਕਰ ਦਿੱਤੀ ਗਈ ਤੇ ਦੂਜੇ ਪਾਸੇ ਮਨੀਸ਼ ਨੂੰ, ਪਾਪਾ ਨੂੰ ਤੇ ਸ਼ਾਇਦ ਜੋਗੇ ਨੂੰ ਸਮਨ ਕੀਤਾ ਗਿਆ। ਇਹ ਕਾਨੂੰਨੀ ਤੌਰ ਤੇ ਗਲਤ ਸੀ, ਇਲੀਗਲ, ਅਨਕਨਸਟੀਟਿਊਸ਼ਨਲ, ਗੈਰ ਕਾਨੂੰਨੀ ਕੇਸ, ਗੈਰ ਕਾਨੂੰਨੀ ਆਰਡਰ ਪਾਸ ਕੀਤੇ ਗਏ। ਮੈਂ ਉਹ ਲੜਾਈ ਵੱਡੇ ਸੀਨੀਅਰ ਲਾਇਰ ਨਾਲ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਦੇ ਪਿੱਛੇ ਲੱਗ ਕੇ ਮੈਂ ਇਹਨਾਂ ਦੀ ਕਾਰਵਾਈ ਕੀਤੀ। ਅਸੀਂ ਹਾਈ ਕੋਰਟ ਗਏ। ਹਾਈ ਕੋਰਟ ਨੇ ਸਾਨੂੰ ਕੁਝ ਰਾਹਤ ਦਿੱਤੀ, ਲੇਕਿਨ ਜੋ ਅਸੀਂ ਚਾਹੀਦੇ ਸਾਨੂੰ ਉਹ ਸਾਨੂੰ ਨਹੀਂ ਮਿਲੀ। ਇਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਗਏ। ਮੈਨੂੰ ਉਹ ਤਰੀਕ ਅੱਜ ਤੱਕ ਯਾਦ ਹੈ, ਉਹ ਮੈਂ ਤਰੀਕ ਭੁੱਲ ਨਹੀਂ ਸਕਦਾ। ਮੇਰੇ ਅੱਜ ਵੀ ਹੱਥਾਂ ਦੇ ਬਾਲ ਖੜੇ ਹੋ ਜਾਂਦੇ ਆ ਇਹ ਗੱਲ ਕਰਕੇ। ਸੁਪਰੀਮ ਕੋਰਟ ਦੇ ਵਿੱਚ ਅੱਜ ਜੋ ਚੀਫ ਜਸਟਿਸ ਨੇ ਆਪਣੇ ਜਸਟਿਸ ਰਮन्ना, और मैं उस इंसान की उस कोर्ट की कभी देन नहीं दे सकता जिद्दां मैं तुहाडी नहीं दे सकता। उस जज ने साडे दूजे पासे विरोधी पासे मुकुल रोहतगी, तुहानूं सारिआं नूं शायद पता होगा, एडिशनल सोलिसिटर जनरल ऑफ इंडिया, एक दिन की एक पेशी की 50 या 30 या 35 लाख रुपया उन्हां दी फीस आ। असीं इन्हां नाल किद्दां लड़ सकदे सी?
ਉਸ ਤਰੀਕ ਤੇ ਉਸ ਵਾਹਿਗੁਰੂ ਦੀ ਮਿਹਰ ਨਾਲ ਤੇ ਉਸ ਸੁਪਰੀਮ ਕੋਰਟ ਦੀ ਦੇਣ ਨਾਲ ਉਸ ਕੇਸ ਤੇ ਰੋਕ ਲਗਾਈ ਗਈ। ਉਹ ਰੋਕ ਅੱਜ ਉਹ ਸਟੇ ਅੱਜ ਤੱਕ ਚੱਲਦਾ ਆ ਰਿਹਾ। ਸਾਡੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੇਸ ਸਹੀ ਨਹੀਂ ਹੈ, ਇਹ ਤੇ ਰੋਕ ਲਗਾਈ ਗਈ। ਜਿਹੜਾ ਕੋਈ ਸਵਾਲ ਉਸ ਕੇਸ ਵਿੱਚ ਉੱਠੇ ਉਹ ਪਹਿਲੇ 2 ਜੱਜਾਂ ਕੋਲ ਗਏ, ਫਿਰ 3 ਜੱਜਾਂ ਕੋਲ ਗਏ, ਅੱਜ 5 ਜੱਜਾਂ ਦੇ ਅੱਗੇ ਉਹ ਸਵਾਲ ਉੱਥੇ ਦੇ ਉੱਥੇ ਖੜੇ ਨੇ, ਕੇਸ ਸਟੇ ਹੈ। ਹੁਣੇ ਆਪਾਂ 17 ਦੀ ਗੱਲ ਹੋ ਗਈ, 17 ਤੋਂ ਬਾਅਦ ਹੁਣ ਆਪਾਂ ਆ ਜਾਈਏ 2021 ਵਿੱਚ। ਮੇਰੀ ਗੱਲ ਥੋੜੀ ਜਿਹੀ ਲੰਬੀ ਜਾ ਸਕਦੀ ਹੈ, ਮੈਨੂੰ ਮਾਫ ਕਰਨਾ, ਧੁੱਪ ਪੈ ਰਹੀ ਆ, ਅੱਛਾ ਲੱਗ ਰਿਹਾ, ਮੈਨੂੰ ਗੱਲਾਂ ਕਰ ਲੈਣ ਦਿਓ। ਅੱਜ 2021 ਵਿੱਚ 9 ਮਾਰਚ ਨੂੰ ਸਾਡੇ ਘਰ ਰੇਡ ਕੀਤੀ ਗਈ। ਉਹ ਰੇਡ ਆਪਣੇ ਆਪ ਗੈਰ ਕਾਨੂੰਨੀ ਸੀ। ਇੱਕ ਪਾਸੇ ਕਿਉਂਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਨਾਂ ਨੂੰ ਉਹ ਆਪਣਾ ਪਰਚਾ ਨਹੀਂ ਦਰਜ ਕਰ ਸਕਦੇ, ਉਹਨਾਂ ਨੂੰ ਕੋਈ ਪੁਰਾਣਾ ਪਰਚਾ ਚਾਹੀਦਾ ਹੈ ਜਿਹਦੇ ਆਧਾਰ ਤੇ ਤੁਹਾਡੇ ਉੱਤੇ ਕਾਰਵਾਈ ਕਰਨ। ਉਹਨਾਂ ਨੂੰ ਇਹ ਪਰਚਾ ਮਿਲਿਆ 2015 ਦਾ, 6 ਸਾਲ ਪੁਰਾਣਾ ਝੂਠਾ ਮੁਕੱਦਮਾ, ਜਿਹਦੇ ਵਿੱਚ ਸਾਨੂੰ ਸੁਪਰੀਮ ਕੋਰਟ ਦੀ ਸਟੇ, ਸਭ ਤੋਂ ਵੱਡੇ ਕੋਰਟ ਦੇ ਸਾਡੇ ਹੱਕ 'ਚ ਇੱਕ ਆਰਡਰ ਪਾਸ ਕੀਤਾ। ਸੁਪਰੀਮ ਕੋਰਟ ਦੇ ਉੱਤੋਂ ਦੀ ਪੈਰ ਰੱਖ ਕੇ ਇਹ ਦਿੱਲੀ ਦੀ ਸਰਕਾਰ ਨੇ ਸਾਡੇ ਤੇ ਜ਼ਬਰ ਚਲਾਉਣ ਦੀ ਕੋਸ਼ਿਸ਼ ਕੀਤੀ। ਸਾਡੇ ਘਰੋਂ ਅਸੀਂ ਸੱਚੇ ਹਾਂ, ਤੁਸੀਂ ਸਾਰੇ ਜਾਣਦੇ ਹੋ, ਮੈਨੂੰ ਉਹਦੇ ਅੰਦਰ ਉਸ ਗੱਲ 'ਚ ਮੈਂ ਜਾਣਾ ਨਹੀਂ, ਕੁਝ ਨਹੀਂ ਲੱਭਾ ਇਹਨਾਂ ਨੂੰ। ਮੇਰੇ ਮੰਮਾ ਦਾ ਫੋਨ, ਮੇਰਾ ਫੋਨ, ਮੇਰੀ ਵਾਈਫ, ਸਾਡੇ ਵਿਆਹ ਨੂੰ ਅਜੇ 2-3 ਮਹੀਨੇ ਹੀ ਹੋਏ ਸੀ, ਮੇਰਾ ਫੋਨ ਉਹਨਾਂ ਦੇ ਵੀ ਫੋਨ ਲੈ ਕੇ, ਚਲੋ ਕੋਈ ਨਾ, ਫੋਨ ਫਿਰ ਆ ਜਾਾਂਗੇ। ਉਹ ਰੇਡ ਤੇ ਉਸ ਤੋਂ ਚੱਲਦੀ ਹੋਈ ਕਾਰਵਾਈ ਸਾਰੀ ਝੂਠੀ, ਬੇਬੁਨਿਆਦ, ਬੇਈਮਾਨੀ ਨਾਲ ਉਹਨਾਂ ਨੇ ਆਪਣੇ ਮਨ 'ਚ ਰਚ ਕੇ ਸਾਡੇ ਖਿਲਾਫ ਕਾਰਵਾਈ ਕੀਤੀ। ਚਲੋ ਕਰ ਲੋ। 2021 ਮਾਰਚ ਤੋਂ ਬਾਅਦ ਮੇਰੇ ਫਾਦਰ ਨੂੰ ਹਰ ਸ਼ਾਇਦ 2 ਜਾਂ 3 ਹਫ਼ਤੇ ਵਿੱਚ ਦਿੱਲੀ ਤੋਂ ਸਮਨ ਆਉਣ ਲੱਗੇ ਕਿ ਆਓ ਜੀ ਸਾਡੇ ਸਾਹਮਣੇ ਪੇਸ਼ ਹੋਵੋ। ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ 12 ਵਾਰ ਪੇਸ਼ ਹੋ ਚੁੱਕੇ ਨੇ ਦਿੱਲੀ 'ਚ। ਇੱਥੋਂ ਜਾਂਦੇ ਸੀ, ਸਵੇਰੇ ਨਿਕਲਦੇ ਸੀ, ਸਿੱਧਾ ਦਿੱਲੀ ਵੱਜਦੇ ਸੀ, ਆਪਣਾ ਜੋ ਉਹਨਾਂ ਦਾ ਬਿਆਨ ਸਟੇਟਮੈਂਟ ਰਿਕਾਰਡ ਕਰਾ ਕੇ ਸਿੱਧਾ ਵਾਪਸ 400 ਕਿਲੋਮੀਟਰ 12 ਵਾਰ ਉੱਥੇ। ਜੇ 12 ਵਾਰ 10 ਵਾਰ ਜੇ ਉੱਥੇ ਪੇਸ਼ ਹੋਏ ਤਾਂ 8-8 ਘੰਟੇ ਉਹਨਾਂ ਨੂੰ ਉੱਥੇ ਬਿਠਾ ਕੇ ਰੱਖਦੇ ਸੀ। 80 ਘੰਟੇ ਉਹਨਾਂ ਨੂੰ ਪੁੱਛਗਿੱਛ ਕੀਤੀ। ਤੇ ਝੂਠੇ ਲੋਕ ਜਦੋਂ ਕੋਰਟ ਵਿੱਚ ਗਏ ਕਹਿੰਦੇ ਜੀ ਸਾਡੇ ਨਾਲ ਇਹ ਨੌਨ ਕੋਆਪਰੇਸ਼ਨ ਕਰਦੇ, ਸਾਨੂੰ ਗੱਲਾਂ ਦਾ ਜਵਾਬ ਨਹੀਂ ਦਿੰਦੇ। ਝੂਠੇ ਨੇ ਇਹ ਸਾਰੇ। ਇਹਨਾਂ ਦਾ ਕੇਸ ਦਾ ਕੋਈ, ਚਲੋ ਆਪਾਂ ਹੁਣ ਆ ਜਾਂਦੇ ਈਡੀ ਦੇ ਕੇਸ ਦੇ ਅੰਦਰ, ਕਿਉਂਕਿ FIR ਜੋ ਹੈ ਉਹ ਅਲੱਗ ਹੈ ਤੇ ਇਹਨਾਂ ਦੀ ਈਡੀ ਦੀ ਜੋ ਕਾਰਵਾਈ ਹੈ ਉਹ ਅਲੱਗ ਹੈ। ਇਹਨਾਂ ਨੇ ਸਾਡੇ ਤੇ 3 ਇਲਜ਼ਾਮ ਲਾਏ ਨੇ ਮੋٹے ਕਿ ਜੀ ਤੁਹਾਡੀ ਪਿਛਲੇ 10 ਸਾਲਾਂ ਵਿੱਚ ਆਮਦਨ ਤੇ ਜਿਹੜਾ ਤੁਸੀਂ ਖਰਚਾ ਕੀਤਾ ਉਹਦੇ ਵਿੱਚ ਇੰਨਾ ਫਰਕ ਹੈ। ਮੇਰੇ ਫਾਦਰ ਕੋਲ, ਮੈਂ ਕੱਲ 3-4 ਦਿਨਾਂ ਤੋਂ ਮੈਂ ਮੀਡੀਆ ਨੂੰ ਐਡਰੈਸ ਕਰਦਾ ਆ ਰਿਹਾ, ਮੇਰੇ ਕੋਲ ਕੱਲੇ ਪੈਸੇ ਦਾ ਹਿਸਾਬ ਹੈ। ਅਸੀਂ ਕਿਸੇ ਦਾ ਪੈਸਾ ਨਹੀਂ ਖਾਦਾ। ਜੇ ਅੱਜ ਅਸੀਂ 1 ਰੁਪਏ ਇੱਕ ਇਨਸਾਨ ਤੋਂ 5000 ਵੀ ਲਿਆ ਹੁੰਦਾ ਨਾ, ਤੁਸੀਂ ਸਾਰੇ ਅੱਜ ਮੇਰੇ ਕੋਲ ਸਾਡੇ ਬੁਲਾਵੇ ਤੇ ਸਾਡੇ ਸਾਹਮਣੇ ਨਾ ਆਉਂਦੇ। ਤੁਸੀਂ ਸਾਰਾ ਕੁਝ ਸੱਚ ਜਾਣਦੇ ਹੋ। ਦੂਜੀ ਇਹਨਾਂ ਨੇ ਇੱਕ ਝੂਠਾ ਇਲਜ਼ਾਮ ਲਾਇਆ ਕਿ ਜੀ ਤੁਸੀਂ $1 ਲੱਖ ਬਾਹਰੋਂ ਫੋਰਨ ਫੰਡਿੰਗ ਤੋਂ ਲੈ ਕੇ ਆਏ ਹੋ। ਇਹਨਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਵਕੀਲ ਨੇ ਇਹ 2 ਕਾਨੂੰਨਾਂ ਦੇ ਵਿੱਚ ਭਿੜ ਗਏ, ਉਹਨਾਂ ਨੂੰ ਸਮਝ ਨਹੀਂ ਆਈ, ਕਨਫਿਊਜ਼ ਹੋ ਗਏ। ਜੋ ਇਹ ਕਹਿਣਾ ਚਾਹੁੰਦੇ ਹੈ ਮਨੀ ਲਾਂਡਰਿੰਗ ਜੋ ਹੁੰਦੀ ਹੈ ਉਹ ਡਰੱਗ ਮਨੀ ਤੋਂ ਆਣੀ ਚਾਹੀਦੀ ਹੈ। ਜੇ ਕੋਈ ਬੰਦਾ ਨਸ਼ੇ ਵੇਚ ਕੇ ਜਾਂ ਨਸ਼ੇ ਦੇ ਵਿੱਚੋਂ ਪੈਸਾ ਕਮਾਉਂਦਾ ਹੈ, ਉਹ ਪੈਸਾ ਜੋ ਹੈ ਉਹ PMLA ਦੇ ਅੰਡਰ ਆਉਂਦਾ। ਫੋਰਨ ਫੰਡਿੰਗ ਸਾਰੀ ਡਰੱਗ ਮਨੀ ਨਹੀਂ ਹੁੰਦੀ। ਸੋ ਇਹਨਾਂ ਨੇ ਆਪਣੇ ਆਪ ਨੂੰ ਕਨਫਿਊਜ਼ ਕਰਕੇ, ਕੋਰਟ ਨੂੰ ਕਨਫਿਊਜ਼ ਕਰਕੇ, ਚਲੋ ਐਵੇਂ ਧੱਕੇ ਨਾਲ ਸਾਡੇ ਤੇ ਅਰੈਸਟ ਪਾਤੀ। ਮੇਰਾ ਦਿਲ ਦੁਖਦਾ ਹੈ, ਮੇਰੇ ਦਿਲ ਤੇ ਬੋਝ ਹੈ, ਰੋਸ ਹੈ, ਮੈਂ ਤੁਹਾਨੂੰ ਕਈ ਵਾਰ ਦੱਸ ਚੁੱਕਿਆ। ਲੇਕਿਨ ਇਹ ਜਿਹੜੇ ਇਹਨਾਂ ਦੇ ਜੋ ਇਲਜ਼ਾਮ ਨੇ ਸਾਡੇ ਤੇ, ਯਕੀਨ ਮੰਨਣਾ ਸਾਰੇ ਦੇ ਸਾਰੇ ਝੂਠੇ ਨੇ। ਜਿੱਦਾਂ ਨੇ ਗੱਲ ਕੋਰਟ ਵਿੱਚ ਗਈ, ਪਹਿਲੇ ਕੁਝ ਘੰਟਿਆਂ ਵਿੱਚ ਇਹ ਸਾਬਿਤ ਹੋ ਜਾਊਗਾ ਕਿ ਸੁਖਪਾਲ ਸਿੰਘ ਖਹਿਰਾ ਬੇਕਸੂਰ ਹੈ ਔਰ ਇਹਨਾਂ ਨੂੰ ਆਪਣੇ ਪੈਰ ਪਿੱਛੇ ਵਾਪਸ ਖਿੱਚ ਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਤੋਂ ਮਾਫੀ ਮੰਗਣੀ ਪਊਗੀ। ਮਹਿਤਾਬ ਨੇ ਕਿਹਾ ਕਿ ਉਹਨਾਂ ਦੇ ਪਿਤਾ ਦੀ ਸਿੱਖੀ ਉੱਪਰ ਹਮਲਾ ਕੀਤਾ ਜਾ ਰਿਹਾ ਹੈ।
ਤੇ ਨਾਲ ਹੀ ਜੋ ਪੁਲਿਸ ਅਫਸਰ ਤੇ ਇਲਜ਼ਾਮ ਲਗਾਏ ਗਏ ਨੇ ਹੁਣ ਉਸ ਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 11 ਨਵੰਬਰ ਨੂੰ ਸੁਖਪਾਲ ਸਿੰਘ ਖਹਿਰਾ ਦੀ ਈਡੀ ਦੇ ਵਿੱਚ ਪੇਸ਼ੀ ਹੁੰਦੀ ਹੈ। ਸੁਖਪਾਲ ਸਿੰਘ ਖਹਿਰਾ ਪੇਸ਼ ਹੁੰਦੇ ਨੇ ਜਿੱਥੇ ਉਹਨਾਂ ਨੂੰ ਇੱਕ ਦਿਨ ਦੇ ਲਈ ਰਿਮਾਂਡ ਤੇ ਲੈ ਲਿੱਤਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਤੋਂ 12 ਨਵੰਬਰ ਨੂੰ ਉਹਨਾਂ ਦੀ ਪੇਸ਼ੀ ਦੇ ਦੌਰਾਨ ਪੁਲਿਸ ਵੱਲੋਂ 14 ਦਿਨਾਂ ਦਾ ਰਿਮਾਂਡ ਮੰਗਿਆ ਜਾਂਦਾ ਹੈ। ਹਾਲਾਂਕਿ ਅਦਾਲਤ ਵੱਲੋਂ ਉਹਨਾਂ ਨੂੰ 7 ਦਿਨਾਂ ਦਾ ਰਿਮਾਂਡ ਹਾਸਲ ਹੁੰਦਾ ਹੈ। ਰਿਮਾਂਡ ਹਾਸਲ ਹੋਣ ਤੋਂ ਬਾਅਦ ਪੁਲਿਸ ਚੰਡੀਗੜ੍ਹ ਤੋਂ ਉਹਨਾਂ ਨੂੰ ਦਿੱਲੀ ਲੈ ਕੇ ਰਵਾਨਾ ਹੋ ਜਾਂਦੀ ਹੈ। ਹੁਣ ਦਿੱਲੀ ਜਿੱਥੇ ਸੁਖਪਾਲ ਸਿੰਘ ਖਹਿਰਾ ਵੱਲੋਂ ਪੁੱਛਤਾਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਈਡੀ ਵੱਲੋਂ ਇਹ ਦਾਅਵਾ ਜ਼ਰੂਰ ਕੀਤਾ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਉਹਨਾਂ ਕੋਲ ਕੁਝ ਪੱਕੇ ਸਬੂਤ ਮਿਲੇ ਹਨ ਜਿਸ ਦੇ ਖਿਲਾਫ ਸੁਖਪਾਲ ਸਿੰਘ ਖਹਿਰਾ ਦੋਸ਼ੀਆਂ ਦੀ ਸੂਚੀ ਦੇ ਵਿੱਚ ਆਉਂਦੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਲੇਕਿਨ ਸੁਖਪਾਲ ਸਿੰਘ ਖਹਿਰਾ ਦੇ ਪਰਿਵਾਰ ਵੱਲੋਂ ਇਸ ਨੂੰ ਸਾਫ਼ ਤੌਰ ਤੇ ਸਿਆਸੀ ਰੰਜਿਸ਼ ਦਾ ਨਾਂ ਦਿੱਤਾ ਜਾ ਰਿਹਾ ਹੈ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਕਰੀਅਰ ਕਿਸ ਤਰੀਕੇ ਦਾ ਮੋੜ ਲੈਂਦਾ ਹੈ। ਨਿਊਜ਼ ਡੈਸਕ ਬਿਊਰੋ ਰਿਪੋਰਟ ਸਾਂਝਾ ਟੀਵੀ। ਸੋ ਤੁਸੀਂ ਵੇਖਿਓ ਖਾਸ ਰਿਪੋਰਟ ਜਿਸ ਦੇ ਵਿੱਚ ਮਹਿਤਾਬ ਸਿੰਘ ਖਹਿਰਾ ਵੱਲੋਂ ਸਾਫ਼ ਤੌਰ ਤੇ ਵਿਰੋਧੀਆਂ ਤੇ ਇਲਜ਼ਾਮ ਲਗਾਏ ਗਏ, ਵਿਰੋਧੀਆਂ ਦੇ ਖਿਲਾਫ ਆਵਾਜ਼ ਚੁੱਕੀ ਗਈ। ਉਹਨਾਂ ਦਾ ਕਹਿਣਾ ਉਹਨਾਂ ਦੇ ਪਿਤਾ ਬੇਕਸੂਰ ਨੇ, ਉਹਨਾਂ ਦਾ ਪਰਿਵਾਰ ਬੇਕਸੂਰ ਹੈ। ਅੱਜ ਤੱਕ ਉਹਨਾਂ ਦੇ ਦਾਦਾ ਜੀ ਦੇ ਸਮੇਂ ਤੋਂ ਲੈ ਕੇ ਹੁਣੇ ਤੱਕ ਖਹਿਰਾ ਪਰਿਵਾਰ ਜੋ ਹੈ ਉਹ ਲੋਕਾਂ ਦੀ ਮਦਦ ਕਰਦਾ ਹੈ, ਗਰੀਬਾਂ ਦਾ ਮਸੀਹਾ ਬਣਦਾ ਹੈ, ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਚੁੱਕਦਾ ਹੈ, ਜਿਸ ਦੀ ਸਜ਼ਾ ਜੋ ਹੈ ਹੁਣ ਉਹਨਾਂ ਦੇ ਪਿਤਾ ਸੁਖਪਾਲ ਸਿੰਘ ਖਹਿਰਾ ਨੂੰ ਦਿੱਤੀ ਜਾ ਰਹੀ ਹੈ। ਸਿਆਸੀ ਰੰਜਿਸ਼ ਦਾ ਘੋਲ ਹੈ ਜੋ ਸਾਫ਼ ਤੌਰ ਤੇ ਕੱਢਿਆ ਜਾ ਰਿਹਾ ਹੈ ਸੁਖਪਾਲ ਸਿੰਘ ਖਹਿਰਾ ਨੂੰ ਗਲਤ ਕੇਸ ਦੇ ਵਿੱਚ ਫਸਾ ਕੇ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਹੁਣ ਇਸ ਤੇ ਚੁੱਪੀ ਸਾਧੇ ਕਿਉਂ ਬੈਠੀ ਹੈ। 2017 ਦੇ ਵਿੱਚ ਜੋ ਕੇਸ ਉਹਨਾਂ ਤੇ ਲਗਾਇਆ ਗਿਆ ਮਨੀ ਲਾਂਡਰਿੰਗ ਦਾ ਕੇਸ ਈਡੀ ਵੱਲੋਂ, ਕਿਉਂਕਿ $1,20,000 ਦਾ ਘਪਲਾ ਜੋ ਹੈ ਉਹ ਦੱਸਿਆ ਜਾ ਰਿਹਾ ਹੈ। NRI ਫੰਡ ਕਰੀਬ 76-80 ਲੱਖ ਰੁਪਏ ਦੇ ਕਰੀਬ ਦਾ ਜੋ ਘਪਲਾ ਜੋ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤਾ ਗਿਆ NRI ਫੰਡਸ ਦੇ ਵਿੱਚ। ਲੇਕਿਨ ਆਮ ਆਦਮੀ ਪਾਰਟੀ ਵੀ ਔਰ ਕਾਂਗਰਸ ਹੋਗੀ, ਕਾਂਗਰਸ ਦੇ ਮੌਜੂਦਾ ਜੋ ਲੀਡਰ ਨੇ, ਮੌਜੂਦਾ ਮੈਂਬਰ ਨੇ ਸੁਖਪਾਲ ਸਿੰਘ ਖਹਿਰਾ, ਲੇਕਿਨ 2017 ਦੇ ਵਿੱਚ ਉਹ ਬੈਨਰ ਥੱਲੇ ਚੋਣ ਲੜਦੇ ਨੇ ਆਮ ਆਦਮੀ ਪਾਰਟੀ ਦੀ, ਉੱਥੋਂ ਹੀ ਭੁਲੱਥ ਤੋਂ ਸੀਟ ਜਿੱਤਦੇ ਨੇ, ਉੱਥੋਂ ਹੀ LOP ਵੀ ਬਣਾਏ ਜਾਂਦੇ ਨੇ। ਸੋ ਇਹ ਜਿਹੜਾ ਫੰਡ ਇਕੱਠਾ ਕਰਨ ਦਾ ਮਾਮਲਾ ਹੈ ਇਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਉਂਦਾ, ਲੇਕਿਨ ਆਮ ਆਦਮੀ ਪਾਰਟੀ, ਕਾਂਗਰਸ ਹੋ ਗਏ, ਸਾਰੇ ਹੀ ਮੈਂਬਰ, ਸਾਰੇ ਹੀ ਲੀਡਰ ਇਸ ਵੇਲੇ ਚੁੱਪੀ ਸਾਧੇ ਬੈਠੇ ਨੇ। ਕੋਈ ਬਿਆਨ ਜੋ ਹੈ ਉਹ ਮੀਡੀਆ ਦੇ ਸਾਹਮਣੇ ਨਹੀਂ ਦੇਣਾ ਚਾਹੁੰਦਾ। ਲੇਕਿਨ ਜਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਇੱਕ ਵੱਡੇ ਲੀਡਰ ਦੇ ਤੌਰ ਤੇ ਪੰਜਾਬ ਦੇ ਵਿੱਚ ਉੱਭਰੇ ਨੇ, ਬੇਬਾਕ ਨੇਤਾ ਦੇ ਤੌਰ ਤੇ ਸੁਖਪਾਲ ਸਿੰਘ ਖਹਿਰਾ ਜਾਣੇ ਜਾਂਦੇ ਨੇ। ਹੁਣ ਸੁਖਪਾਲ ਸਿੰਘ ਖਹਿਰਾ ਦਾ ਫਿਊਚਰ ਕੀ ਹੋਵੇਗਾ, ਉਹਨਾਂ ਦਾ ਭਵਿੱਖ ਕੀ ਹੋਵੇਗਾ, ਕੀ ਇਹ ਈਡੀ ਵੱਲੋਂ ਜੋ ਗ੍ਰਿਫਤਾਰੀ ਕੀਤੀ ਗਈ ਹੈ, ਕੀ ਜੋ ਈਡੀ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ ਹੈ, ਜਾਂ ਜਿਸ ਤਰੀਕੇ ਦੇ ਨਾਲ ਇਹ ਸਿਆਸੀ ਰੰਜਿਸ਼ ਰਚੀ ਜਾ ਰਹੀ ਹੈ, ਅਗਰ ਇਹ ਸਿਆਸੀ ਰੰਜਿਸ਼ ਹੈ ਤਾਂ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਏਗਾ ਕਿ ਸਿਆਸਤ ਬਹੁਤ ਹੀ ਗੰਦੀ ਹੈ। ਉਹ ਆਪਣੇ ਹੱਥ ਇਸ ਤਰੀਕੇ ਦੇ ਨਾਲ ਮੈਲੇ ਕਰ ਲੈਂਦੀ ਹੈ ਕਿ ਉਸਨੂੰ ਆਪਣੀ ਕੁਰਸੀ ਇੰਨੀ ਪਿਆਰੀ ਹੈ ਕਿ ਆਉਣ ਵਾਲੇ ਸਮੇਂ ਦੇ ਲਈ ਕੌਣ ਕਿਸ ਤਰੀਕੇ ਦੇ ਨਾਲ ਉਸ ਕੀਚੜ ਦੇ ਵਿੱਚ ਛਾਲ ਮਾਰ ਲੇ, ਕਿਸ ਤਰੀਕੇ ਦੇ ਨਾਲ ਉਸਨੂੰ ਗੰਦਾ ਕਰਨਾ ਹੈ, ਕੋਈ ਪਰਵਾਹ ਨਹੀਂ, ਕਿਸੇ ਤਰੀਕੇ ਦੇ ਨਾਲ ਵੇਖਿਆ ਨਹੀਂ ਜਾਂਦਾ। ਲੇਕਿਨ ਹੁਣ ਸਵਾਲ ਵੱਡਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਜੋ ਇੱਕ ਸਿਆਸੀ ਰੰਜਿਸ਼ ਜਿਨ੍ਹਾਂ ਵੱਲ ਇਸ਼ਾਰਾ ਮਹਿਤਾਬ ਸਿੰਘ ਖਹਿਰਾ ਕਰ ਰਹੇ ਨੇ, ਅਗਰ ਇਹ ਘਾਣ ਘੜੀ ਜਾ ਰਹੀ ਹੈ, ਕੀ ਸੁਖਪਾਲ ਸਿੰਘ ਖਹਿਰਾ ਦਾ ਭਵਿੱਖ ਇਸ ਤੇ ਨਿਰਭਰ ਕਰਦਾ ਹੈ? ਇਹ ਤਾਂ ਆਉਣ ਵਾਲਾ ਹੁਣ ਸਮਾਂ ਦੱਸੇਗਾ। ਸਤਿ ਸ਼੍ਰੀ ਅਕਾਲ।